ਧੰਨ ਵਾਹਿਗੁਰੂ ਜੀਓ। ਗੌੜੀ ਭੀ ਸੋਰਠ ਭੀ, ਰੇ ਜੀ ਨਿਲਜ ਲਾਜ ਤੋਹਿ ਨਾਹੀ। ਹਰ ਤਜ ਕਤ ਕਾਹੂ ਕੇ ਜਾਹੀ ਰਹਾ। ਜਾਕੋ ਠਾਕੁਰ ਊਚਾ ਹੋਈ, ਸੋ ਜਨ ਪਾਰ ਘਰ ਜਾਤ ਨਾ ਸੋਹੀ। ਸੋ ਸਾਹਿਬ ਰਹਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਕਵਲਾ ਚਰਨ ਸ਼ਰਨ ਹੈ ਜਾਕੇ, ਕਹੋ ਜਨ ਕਾ ਨਾਹੀ ਘਰ ਤਾਕੇ। ਸਭ ਕੋ ਕਹੈ ਜਾਸ ਕੀ ਬਾਤਾ, ਸੋ ਸਮਰਥ ਨਿਜ ਪਦ ਹੈ ਦਾਤਾ। ਕਹਿ ਕਬੀਰ ਪੂਰਨ ਜਗ ਸੋਈ, ਜਾਕੇ ਹਿਰਦੈ ਅਵਰ ਨਾ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਅਤੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੀ ਇਕਾਗਰਤਾ ਪ੍ਰੇਮ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਗੁਰੂ ਮਹਾਰਾਜ ਦੀ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਨ ਦਾ। ਸੋ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 330 ਉੱਪਰ ਸੁਭਾਇਮਾਨ ਹੈ। ਵੈਸੇ ਤੇ ਗੌੜੀ ਰਾਗ ਦਾ ਸ਼ਬਦ ਹੈ, ਪਰ ਇਸ ਸ਼ਬਦ ਉੱਤੇ ਉਚੇਚਾ ਸਿਰਲੇਖ ਹੈ ਗੌੜੀ ਭੀ ਸੋਰਠ ਭੀ। ਇਸ ਦਾ ਸੰਬੰਧ ਸੰਗੀਤਕ ਪੱਧਰ ਉੱਤੇ ਇਸ ਨੂੰ ਗਾਉਣ ਦੇ ਨਾਲ ਔਰ ਇਸ ਨੂੰ ਗਾਉਣ ਵਾਲੇ ਰਬਾਬੀ ਕੀਰਤਨੀਆਂ ਦੇ ਨਾਲ ਸੰਬੰਧਿਤ ਹੈ। ਕਿਉਂਕਿ ਆਪਾਂ ਕੇਵਲ ਸਿਰਲੇਖ ਪੜ੍ਹਦੇ ਹਾਂ, ਸਾਨੂੰ ਇੰਨਾ ਪਤਾ ਚੱਲਦਾ ਹੈ ਕਿ ਇਹ ਰਾਗ ਦਾ ਨਾਮ ਹੈ, ਇਹ ਰਾਗ ਦੀ ਅਗੇਰੇ ਕਿਸਮ ਹੈ। ਜਿਵੇਂ ਗੌੜੀ ਰਾਗ ਹੈ, ਗੌੜੀ ਗੁਆਰੇਰੀ, ਗੌੜੀ ਚੇਤੀ, ਗੌੜੀ ਪੂਰਬੀ,
ਇਸੇ ਤਰ੍ਹਾਂ ਹੀ ਆਪਾਂ ਰਾਗਾਂ ਦੇ ਨਾਮ ਪੜ੍ਹਦੇ ਹਾਂ। ਸ਼ਬਦਾਂ ਦੇ ਉੱਤੇ ਘਰ ਦਰਜ ਹੈ, ਜਿਸ ਦਾ ਸੰਬੰਧ ਸੁਰ ਅਤੇ ਤਾਲ ਨਾਲ ਹੈ, ਪਰ ਇਸ ਦੀ ਗਹਿਰਾਈ ਨੂੰ ਤੇ ਡੂੰਘਾਈ ਨੂੰ ਕੋਈ ਸੰਗੀਤ ਦਾ ਜਾਣਨ ਵਾਲਾ ਜਾਂ ਗਾਉਣ ਵਾਲਾ ਹੀ ਸਮਝਦਾ ਹੈ। ਤੋ ਗੌੜੀ ਰਾਗ ਵਿੱਚ ਇਹ ਸ਼ਬਦ ਹੁੰਦਿਆਂ ਵੀ ਗਰੀਬ ਨਵਾਜ਼ ਨੇ ਇਸ ਦੇ ਨਾਲ ਇੱਕ ਉਚੇਚਾ ਸਿਰਲੇਖ ਇੱਕ ਹੋਰ ਰਾਗ ਦਾ ਦਰਜ ਕੀਤਾ ਹੈ, ਗੌੜੀ ਪੀ ਸੋਰਠ ਪੀ। ਭਾਵ ਇਸ ਨੂੰ ਮਿਸ਼ਰਤ ਰਾਗ ਵਿੱਚ ਗਾਇਆ ਜਾਣਾ ਹੈ। ਜਦੋਂ ਦੋ ਰਾਗ ਇਕੱਠੇ ਸਿਰਲੇਖ ਵਿੱਚ ਆਉਂਦੇ ਨੇ ਤੇ ਇਸ ਨੂੰ ਮਿਸ਼ਰਤ ਮੰਨਿਆ ਜਾਂਦਾ ਹੈ। ਭਾਵ ਦੋਨਾਂ ਦਾ ਮਿਸ਼ਰਣ, ਦੋਨਾਂ ਨੂੰ ਰਲਾ ਕੇ ਇਸ ਸ਼ਬਦ ਦਾ ਗਾਇਨ ਗੌੜੀ ਅਤੇ ਸੋਰਠ ਨੂੰ ਮਿਕਸ ਕਰਕੇ ਇਵੇਂ ਕੀਤਾ ਜਾਣਾ ਹੈ। ਜਿਵੇਂ ਪ੍ਰਭਾਤੀ ਵਿਭਾਸ ਹੈ, ਬਸੰਤ ਹਿੰਡੋਲ ਹੈ। ਸੋ ਇਹ ਸਾਰਾ ਕੁਝ ਸੰਗੀਤਕ ਪੱਧਰ ਉੱਤੇ ਵੀ ਗੁਰੂ ਸਾਹਿਬ ਜੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰਚਦਿਆਂ ਹੋਇਆਂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪਾਂ ਜਦੋਂ ਜੀਵਨ ਪੜ੍ਹਦੇ ਹਾਂ, ਹਜ਼ੂਰ ਦਾ ਸਭ ਤੋਂ ਮਕਬੂਲ ਔਰ ਪਿਆਰਾ ਸਾਜ਼ ਰਬਾਬ ਸੀ। ਜਦੋਂ ਹਜ਼ੂਰ ਆਪਣੇ ਸਫ਼ਰਾਂ ਤੇ ਜਾਣ ਲੱਗੇ, ਜਿਸ ਨੂੰ ਆਪਾਂ ਇੱਕ ਪ੍ਰਚਲਿਤ ਸ਼ਬਦ ਉਦਾਸੀ ਨਾਲ ਡਿਫਾਈਨ ਕਰਦੇ ਹਾਂ, ਉਦਾਸੀਆਂ ਤੇ ਗਏ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ। ਸੁਲਤਾਨਪੁਰ ਦੇ ਨਜ਼ਦੀਕ ਹੀ ਇੱਕ ਨਗਰ ਹੈ ਭਰੋਆਣਾ। ਮਹਾਰਾਜ ਨੇ ਭਾਈ ਫਿਰੰਦਾ ਜੀ ਕੋਲ ਭੇਜਿਆ ਭਾਈ ਮਰਦਾਨਾ ਜੀ ਨੂੰ। ਉਹ ਸਾਜ਼ਕਾਰ ਸਨ, ਸਾਜ਼ ਬਣਾਉਂਦੇ ਸਨ। ਹੁਣ ਤੁਸੀਂ ਵੇਖੋ, ਅੱਜ ਉਂਗਲਾਂ ਤੇ ਗਿਣਨ ਜੋਗੇ ਬੰਦੇ ਹੋਣਗੇ। ਮੇਰਾ ਖਿਆਲ ਆ ਵੀ ਸਾਡੀ ਸਮੁੱਚੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਅਜਿਹੇ ਸਾਜ਼ਾਂ ਨੂੰ ਘੜਨ ਵਾਲੇ ਹੋਣ, ਉਦੋਂ ਸੁਲਤਾਨਪੁਰ ਦੇ ਨਜ਼ਦੀਕ ਹੀ ਭਰੋਆਣਾ ਪਿੰਡ ਦੇ ਵਿੱਚ ਭਾਈ ਫਿਰੰਦਾ ਜੀ ਸਨ, ਜਿਹੜੇ ਰਬਾਬ ਬਣਾਉਂਦੇ ਸਨ, ਇਸ ਸਾਜ਼ ਨੂੰ ਘੜਦੇ ਸਨ। ਤੋ ਭਾਈ ਮਰਦਾਨਾ ਜੀ ਨੂੰ ਜਿਸ ਵੇਲੇ ਹਜ਼ੂਰ ਨੇ ਉੱਥੇ ਭੇਜਣਾ ਚਾਹਿਆ ਕਿ ਤੁਸੀਂ ਉੱਥੋਂ ਰਬਾਬ ਲੈ ਕੇ ਆਓ, ਤੇ ਸਾਖੀਕਾਰ ਲਿਖਦੇ ਨੇ ਵੀ ਮਾਇਆ ਜਿਹੜੀ ਰਬਾਬ ਦੀ ਲਾਗਤ ਦੇਣੀ ਸੀ, ਬੇਬੇ ਨਾਨਕੀ ਜੀ ਨੇ ਆਪਣੇ ਕੋਲੋਂ ਮਾਇਆ ਦੇਣ ਦਾ ਯਤਨ ਕੀਤਾ। ਆਖਿਆ ਇਸ ਰਬਾਬ ਦਾ ਜੋ ਖਰਚ ਆਏਗਾ ਉਹ ਮੈਂ ਆਪਣੇ ਕੋਲੋਂ ਦੇਵਾਂ। ਗੁਰੂ ਨਾਨਕ ਸਾਹਿਬ ਨੇ ਮਨਾ ਕੀਤਾ। ਆਖਿਆ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਅਸੀਂ ਤੁਹਾਡੇ ਕੋਲੋਂ ਮਾਇਆ ਨਹੀਂ ਲੈਣੀ। ਬਾਹਰ ਦੇ ਇਲਾਕੇ ਵਿੱਚ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ, ਇਸ ਕਰਕੇ ਬਹੁਤਾ ਸ਼ਬਦ ਪ੍ਰਚਲਿਤ ਜਿਹੜਾ ਹੈ ਬੇਬੇ ਨਾਨਕੀ ਤਾਈਓ ਹੀ। ਆਖਿਆ ਬੇਬੇ ਜੀ ਅਸਾਂ ਤੁਹਾਡੇ ਕੋਲੋਂ ਮਾਇਆ ਨਹੀਂ ਲੈਣੀ, ਇਹ ਅਸੀਂ ਆਪਣੀ ਕਿਰਤ ਕਮਾਈ ਵਿੱਚੋਂ ਖਰੀਦਾਂ। ਬੜੇ ਭਾਵਪੂਰਤ ਬੋਲ ਸਨ ਬੇਬੇ ਨਾਨਕੀ ਜੀ ਦੇ। ਆਖਿਆ ਜੇ ਮੇਰਾ ਵਸ ਚੱਲਦਾ ਤਾਂ ਮੈਂ ਤੁਹਾਡੇ ਨਾਲ ਤੁਹਾਡੇ ਸਫ਼ਰਾਂ ਦੀ ਸਾਥੀ ਬਣ ਕੇ ਵਿਚਰਦੀ, ਪਰ ਮੇਰੇ ਉੱਪਰ ਪਰਿਵਾਰ ਔਰ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਹਨ। ਇਹ ਪੈਂਡਾ ਮੇਰੇ ਲਈ ਕਠਿਨ ਹੈ। ਘੱਟੋ ਘੱਟ ਇੰਨੀ ਕੁ ਤਾਂ ਸੇਵਾ ਮੇਰੇ ਵੱਲੋਂ ਬਣਦੀ ਹੈ ਕਿ ਜਿਸ ਰਬਾਬ ਦੇ ਨਾਲ ਤੁਸਾਂ ਥਾਂ ਪੁਰ ਥਾਂ ਜਾ ਕੇ ਗੁਰਬਾਣੀ ਦਾ ਕੀਰਤਨ ਕਰਨਾ ਹੈ, ਉਸ ਕਰਤਾਰ ਦੀ ਸਿਫਤ ਸਲਾਹ ਕਰਨੀ ਹੈ, ਉਸ ਰਬਾਬ ਦੀ ਸੇਵਾ ਮੇਰੇ ਵੱਲੋਂ ਹੋਵੇ। ਇਹ ਵੱਖਰੀ ਬਾਤ ਹੈ ਵੀ ਜਿਸ ਵੇਲੇ ਭਾਈ ਮਰਦਾਨਾ ਜੀ ਨੇ ਭਾਈ ਫਿਰੰਦਾ ਜੀ ਨੂੰ ਮਾਇਆ ਦੇਣੀ ਚਾਹੀ, ਉਹਨਾਂ ਨੇ ਮਾਇਆ ਨਹੀਂ ਲਈ। ਆਖਿਆ ਇਹ ਬੜੇ ਵੱਡੇ ਭਾਗਾਂ ਦੀ ਖੇਡ ਹੈ, ਮੈਨੂੰ ਇਹ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਵੱਲੋਂ ਪ੍ਰੇਮ ਭੇਟ ਹੈ। ਖੌਰੇ ਕਿੰਨਾ ਸਮਾਂ ਉਹ ਰਬਾਬ ਭਾਈ ਮਰਦਾਨਾ ਜੀ ਦੇ ਅੰਗ ਸੰਗ ਰਹੀ, ਤੇ ਕਿੱਥੇ ਕਿੱਥੇ ਉਸ ਰਬਾਬ ਦੇ ਨਾਲ ਹਜ਼ੂਰ ਨੇ ਗੁਰਬਾਣੀ ਦਾ ਕੀਰਤਨ ਕੀਤਾ। ਖੁਦ ਮਹਾਰਾਜ ਇਹਨੇ ਰਾਗ ਤਾਲ ਦੇ ਉੱਚ ਗਿਆਤਾ ਸਨ। ਉਹਨਾਂ ਦੀ ਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਹਾਂ, ਰਾਗ ਵੀ ਹੈ, ਸੰਗੀਤ ਵੀ ਹੈ ਤੇ ਕਾਵ ਵੀ ਹੈ। ਗੁਰਬਾਣੀ ਸਾਰੀ ਕਵਿਤਾ ਵਿੱਚ ਲਿਖੀ ਗਈ। ਤੇ ਫਿਰ ਇਹ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੇਵਲ ਰਾਗ ਸੰਗੀਤ ਜਾਂ ਕਾਵ ਨੂੰ ਹੀ ਕੇਵਲ ਕਮਾਇਆ ਹੈ। ਇਹਦੇ ਰਾਹੀਂ ਉਹਨਾਂ ਕਰਤੇ ਦੀ ਸਿਫਤ ਨੂੰ ਪ੍ਰਾਇਓਰਟੀ ਦਿੱਤੀ ਹੈ।
ਔਰ ਅਗਲੀ ਗੱਲ ਜਿਹੜੀ ਹੈ ਵੀ ਸਤਿਗੁਰੂ ਮਹਾਰਾਜ ਭਾਸ਼ਾਈ, ਜਿਸ ਨੂੰ ਆਪਾਂ ਬੋਲੀ ਕਹਿੰਦੇ ਹਾਂ, ਬੋਲੀ ਦੇ ਬੜੇ ਗਹਿਰੇ ਪੈਟਰਨ ਜਾਣਦੇ ਸਨ। ਉਹਨਾਂ ਦੀ ਬਾਣੀ ਦੀ ਸ਼ਬਦਾਵਲੀ ਸਾਨੂੰ ਦੱਸਦੀ ਹੈ। ਖੈਰ ਵਿਸ਼ਾ ਲੰਮੇਰਾ ਹੋਏਗਾ। ਗਰੀਬ ਨਵਾਜ ਨੇ ਇੱਥੇ ਸ਼ਬਦ ਨੂੰ ਸਿਰਲੇਖ ਵਿੱਚ ਜੋ ਨੀਅਤ ਕੀਤਾ ਹੈ, 2 ਰਾਗਾਂ ਦੇ ਮਿਸ਼ਰਣ ਤੋਂ ਇਸ ਸ਼ਬਦ ਨੂੰ ਗਾਇਆ ਜਾਣਾ। ਸ਼ਬਦ ਭਗਤ ਕਬੀਰ ਜੀ ਦਾ ਹੈ, ਰਾਗ ਗੌੜੀ ਦੇ ਵਿੱਚ ਹੈ। ਇਸ ਪਾਵਨ ਸ਼ਬਦ ਦੇ ਆਰੰਭ ਦੀ ਜਿਹੜੀਆਂ 2 ਪੰਕਤੀਆਂ ਨੇ, ਰਹਾਉ ਦਾ ਬੰਦ। ਰਹਾਉ ਦਾ ਅਰਥ ਹੈ ਠਹਿਰੋ, ਰੁਕੋ, ਵਿਚਾਰ ਕਰੋ। ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ, ਉਹ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਹੁੰਦਾ ਹੈ। ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਰੇ ਜੀ ਨਿਲੱਜ ਲਾਜ ਤੋਹਿ ਨਾਹੀ, ਹਰ ਤਜ ਕਤ ਕਾਹੂ ਕੇ ਜਾਏ। ਲਾਜ ਤੇ ਨਿਲੱਜ 2 ਆਪੋਜਿਟ ਵਿਰੋਧੀ ਸ਼ਬਦ ਨੇ। ਆਪਾਂ ਇੱਕ ਸ਼ਬਦ ਵਰਤਦੇ ਹਾਂ ਸ਼ਰਮ, ਤੇ ਇੱਕ ਵਰਤਦੇ ਹਾਂ ਬੇਸ਼ਰਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 2 ਸ਼ਬਦ ਬੜੇ ਇਕੱਠੇ ਆਏ ਨੇ। ਅੱਗੇ ਵੀ ਇੱਕ ਦੇ ਨੇ ਬੇਨਤੀ ਕੀਤੀ ਸੀ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਸ਼ਰਮ ਤੇ ਧਰਮ ਦੋਵੇਂ ਸ਼ਬਦ ਬੜੇ ਇਕੱਠੇ, ਦੋਨਾਂ ਦੀ ਆਪਣੀ ਆਪਣੀ ਇੱਕ ਜਗ੍ਹਾ ਹੈ। ਧਰਮ ਬੜਾ ਗਹਿਰਾ ਸ਼ਬਦ ਹੈ ਤੇ ਸ਼ਰਮ ਉਸ ਤੋਂ ਥੋੜਾ ਉਤਲੇ ਤਲ ਦਾ ਸ਼ਬਦ ਹੈ। ਥੋੜਾ ਜਿਹਾ ਇਸ ਨੂੰ ਸਮਝੀਏ। ਧਰਮ ਦਾ ਮਤਲਬ ਹੈ ਜਦੋਂ ਸਾਡੀ ਸੁਰਤ ਹੀ ਪੂਰਨ ਤੌਰ ਦੇ ਉੱਤੇ ਸੱਚ ਵਿੱਚ ਰੰਗੀ ਜਾਏ, ਉਹ ਜਿਹੜੀ ਮਨੋ ਅਵਸਥਾ ਹੈ ਉਹ ਧਰਮ ਹੈ। ਉਦਾਹਰਣ ਵਜੋਂ, ਮੈਂ ਚੋਰੀ ਨਹੀਂ ਕਰਦਾ ਹਾਂ, ਇਹ ਚੰਗੀ ਗੱਲ ਹੈ। ਮੈਂ ਕਿਸੇ ਦੀ ਚੀਜ਼ ਨਹੀਂ ਚੁੱਕਦਾ, ਕਿਸੇ ਉੱਤੇ ਜ਼ੁਲਮ ਜਾਂ ਅਤਿਆਚਾਰ ਨਹੀਂ ਕਰਦਾ, ਇਹ ਚੰਗੀ ਗੱਲ ਹੈ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ? ਪਰ ਇਸ ਨੁਕਤੇ ਨੂੰ ਸਮਝਿਓ ਵੀ ਜੇ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤਾਂ ਕਿਹੜੀ ਚੀਜ਼ ਨੇ ਮੈਨੂੰ ਰੋਕਿਆ ਹੋਇਆ? ਹੋ ਸਕਦਾ ਹੈ ਅੰਦਰੋਂ ਮੈਂ ਇੰਨਾ ਚੰਗਾ ਨਾ ਹੋਵਾਂ, ਹੋ ਸਕਦਾ ਹੈ ਚੋਰੀ ਕਰਨ ਦਾ ਮੌਕਾ ਹੀ ਨਾ ਬਣਿਆ ਹੋਵੇ। ਲੋਕ ਵੇਖਦੇ ਹਨ, ਕੈਮਰੇ ਲੱਗੇ ਹਨ, ਡਰ ਹੈ। ਭਲਾ ਜੇ ਲੋਕ ਵੀ ਨਾ ਵੇਖਣ, ਮੈਨੂੰ ਕਿਸੇ ਸਜ਼ਾ ਦਾ ਡਰ ਵੀ ਨਾ ਹੋਏ, ਮੈਂ ਕਿਸੇ ਪ੍ਰੈਸ਼ਰ ਵਿੱਚ ਨਾ ਹੋਵਾਂ, ਫਿਰ ਕੀ ਹੋਵੇਗਾ? ਜਦੋਂ ਹਾਲਾਤ, ਸਿਚੁਏਸ਼ਨਸ ਮੇਰੇ ਕੰਟਰੋਲ 'ਚ ਹੋਣਗੀਆਂ, ਉਦੋਂ ਸ਼ਾਇਦ ਮੈਂ ਇੰਨਾ ਇਮਾਨਦਾਰ ਨਾ ਰਵਾਂ ਜਿੰਨਾ ਮੈਂ ਆਪਣੇ ਆਪ ਨੂੰ ਜਤਾਉਂਦਾ। ਇਹਦਾ ਮਤਲਬ ਹੈ ਅਸੀਂ ਸ਼ਰਮ ਦੇ ਮਾਰੇ ਹੀ ਮਾੜਾ ਕੰਮ ਨਹੀਂ ਕਰਦੇ। ਇਹਨੂੰ ਸ਼ਰਮ ਕਹਿੰਦੇ ਨੇ। ਸ਼ਰਮ ਮਾਰਦੀ ਲੋਕ ਕੀ ਕਹਿਣਗੇ, ਸਜ਼ਾ ਹੋਏਗੀ, ਐਵੇਂ ਕਿਸੇ ਕਸੂਤੇ ਜੰਜਾਲ ਵਿੱਚ ਫਸ ਜਾਵਾਂਗੇ। ਬੇਸਿਕਲੀ ਸਾਡੇ ਅੰਦਰ ਪੋਸੀਬਿਲਿਟੀ ਹੈ ਕਿ ਜੇ ਵਕਤ ਮਿਲਿਆ ਜਾਂ ਸੰਭਾਵਨਾ ਬਣੀ ਜਾਂ ਸਿਚੁਏਸ਼ਨ ਇਸ ਤਰ੍ਹਾਂ ਦੀ ਕ੍ਰੀਏਟ ਹੋ ਗਈ ਵੀ ਜਿੱਥੇ ਕਿਸੇ ਕਿਸਮ ਦਾ ਸਾਨੂੰ ਭੈ ਨਾ ਰਿਹਾ, ਫਿਰ ਹੋ ਸਕਦਾ ਹੈ, ਪੋਸੀਬਲ ਹੈ ਵੀ ਆਪਾਂ ਕਰ ਲਈਏ। ਇਹਦਾ ਮਤਲਬ ਖਤਰਾ ਤੇ ਹੈ, ਉਹ ਰੁਕਿਆ ਹੋਇਆ ਕਿਸੇ ਰੀਜ਼ਨ ਕਰਕੇ। ਇਹਨੂੰ ਆਪਾਂ ਸ਼ਰਮ ਦੇ ਦਾਇਰੇ 'ਚ ਮੰਨਦੇ ਵੀ ਸਮਾਜ ਦੀ ਸ਼ਰਮ, ਪਰਿਵਾਰ ਦੀ ਸ਼ਰਮ, ਲੋਕ ਲਾਜ, ਕਾਨੂੰਨ ਦੀ ਸ਼ਰਮ, ਇਹ ਸਾਰੀਆਂ ਚੀਜ਼ਾਂ ਸਾਨੂੰ ਰੋਕਦੀਆਂ। ਇਹਨਾਂ ਦੀ ਆਪਣੀ ਜਗ੍ਹਾ ਹੈ। ਤੇ ਸਭ ਤੋਂ ਗਹਿਰਾ ਰੁਤਬਾ ਕੀ ਹੈ ਧਰਮ ਦਾ? ਵੀ ਸੰਭਾਵਨਾ ਹੋਵੇ, ਪੋਸੀਬਿਲਿਟੀ ਹੋਵੇ, ਸਿਚੁਏਸ਼ਨ ਵੀ ਮੇਰੇ ਹਿਸਾਬ ਦੀ ਹੋਵੇ, ਮੈਨੂੰ ਡਰ ਨਹੀਂ, ਭੈ ਨਹੀਂ, ਖੌਫ ਨਹੀਂ, ਕੋਈ ਕੁਝ ਕਹਿਣ ਵਾਲਾ ਨਹੀਂ, ਇਹਦੇ ਬਾਵਜੂਦ ਵੀ ਮੈਂ ਗਲਤ ਨਹੀਂ ਕਰਦਾ, ਕਾਰਨ ਮੇਰੇ ਅੰਦਰ ਸੰਭਾਵਨਾ ਹੀ ਨਹੀਂ ਹੈ ਗਲਤੀ ਕਰਨ ਦੀ। ਪਾਪ ਕਰਨ ਦੀ ਪੋਸੀਬਿਲਿਟੀ ਹੀ ਹੈ ਨਹੀਂ, ਅੰਦਰ ਐਸਾ ਥੋਟ, ਵਿਚਾਰ ਹੀ ਨਹੀਂ ਹੈ ਵੀ ਮੈਂ ਇਸ ਤਰ੍ਹਾਂ ਕਰਾਂ। ਤਾਂ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਲੈ ਸਕਦੇ ਹਾਂ। ਉਹ ਜਿਹੜਾ ਡੂੰਘਾ ਪੱਖ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਆਤਮਿਕ ਤੌਰ ਤੇ ਬੰਦਾ ਇੰਨਾ ਸ਼ੁੱਧ ਹੋ ਗਿਆ, ਮਾਨਸਿਕ ਤੌਰ ਤੇ ਇੰਨਾ ਨਿਰਮਲ ਹੋ ਗਿਆ ਵੀ ਉਹਦੇ ਅੰਦਰ ਮੈਲ ਹੈ ਹੀ ਨਹੀਂ। ਭਾਵੇਂ ਸੰਭਾਵਨਾ ਉਹਦੇ ਅਗੇਂਸਟ ਹੋਵੇ ਜਾਂ ਉਹਦੇ ਪੱਖ 'ਚ ਹੋਵੇ, ਕੋਈ ਫਰਕ ਨਹੀਂ ਪੈਂਦਾ, ਉਹਨੇ ਕਰਨਾ ਹੀ ਨਹੀਂ। ਜਦੋਂ ਇਹ ਕੰਮ ਜੀਓ ਨਿਰਮਲ, ਬਾਹਰੋਂ ਨਿਰਮਲ, ਉਹਨੂੰ ਮਹਾਰਾਜ ਨੇ ਧਰਮ ਕਿਹਾ। ਤੇ ਹੁਣ ਹਜ਼ੂਰ ਨੇ ਇਸੇ ਕਰਕੇ ਕਿਹਾ, ਕਹਿੰਦੇ ਜੇ ਧਰਮ ਵੀ ਨਾ ਹੋਵੇ
ਚਲੋ ਧਰਮ ਦੇ ਗਹਿਰੇ ਤਲ ਤੱਕ ਵੀ ਨਹੀਂ ਬੰਦਾ ਪਹੁੰਚਿਆ, ਤੇ ਜੇ ਉਹ ਸ਼ਰਮ ਵੀ ਮਹਿਸੂਸ ਨਾ ਕਰੇ ਤੇ ਫਿਰ ਝੂਠ ਦਾ ਰਾਜ ਹੋਣ ਤੋਂ ਜੀਵਨ ਦੇ ਵਿੱਚ ਤੇ ਸਮਾਜ ਦੇ ਵਿੱਚ ਕੌਣ ਬਚਾ ਸਕਦਾ? ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ। ਫਿਰ ਤਾਂ ਕੂੜ ਦਾ ਸਿੱਧਾ ਹੀ ਵਰਤਾਰਾ ਵਾ। ਤੋ ਇੱਥੇ ਫਰਮਾਉਂਦੇ ਨੇ ਭਗਤ ਕਬੀਰ ਜੀ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ, ਰੇ ਜੀ ਨਿਲੱਜ, ਹੇ ਨਿਲੱਜ ਮਨੁੱਖ, ਬੇਸ਼ਰਮ ਇਨਸਾਨ। ਲਾਜ ਤੋਂ ਨਹੀਂ, ਤੈਨੂੰ ਸ਼ਰਮ ਨਹੀਂ ਹੈ, ਤੈਨੂੰ ਲਾਜ ਨਹੀਂ ਆਉਂਦੀ, ਸੰਗ ਨਹੀਂ ਆਉਂਦੀ, ਤੂੰ ਨਿਸੰਗ ਕਿਉਂ ਹੈ? ਤੈਨੂੰ ਝਿਜਕ ਕਰਨੀ ਚਾਹੀਦੀ ਹੈ। ਸ਼ਰਮ ਦਾ ਮਤਲਬ ਹੈ ਸੰਗ ਕਰਨੀ, ਝਿਜਕ ਕਰਨੀ, ਕਿਸੇ ਚੀਜ਼ ਤੋਂ ਆਪਣੇ ਆਪ ਨੂੰ ਕੰਟਰੋਲ ਕਰ ਲੈਣਾ, ਭੈ ਮੰਨ ਕੇ। ਕਿਸ ਗੱਲ ਦੀ? ਆਖਦੇ ਨੇ ਹਰ ਤਜ ਕਤ ਕਾਹੂ ਕੇ ਜਾਹੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਕੁੱਲ ਕਾਇਨਾਤ ਤੇ ਮਖਲੂਕ ਨੂੰ ਪੈਦਾ ਕਰਨ ਵਾਲਾ, ਇਸ ਦਾ ਪ੍ਰਬੰਧ ਬ੍ਰਹਿਮੰਡ ਦਾ ਚਲਾਉਣ ਵਾਲਾ, ਜਿਹੜਾ ਸਭਨਾਂ ਵਿੱਚ ਵਿਆਪਕ ਹੈ, ਜਿਸ ਦੀ ਰਜ਼ਾ ਤੇ ਹੁਕਮ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ, ਜੋ ਦਾਤਾ ਹੈ, ਜੋ ਬਖਸ਼ੰਦ ਹੈ, ਜਿਸ ਦੇ ਵਿੱਚ ਇੰਨੇ ਗੁਣ ਨੇ ਔਰ ਏਡੀ ਵੱਡੀ ਸਮਰੱਥਾ ਵਾਲਾ ਹੈ, ਤੈਨੂੰ ਉਸ ਵਾਹਿਗੁਰੂ ਦਾ ਚੇਤਾ ਤੇ ਭੁੱਲ ਜਾਂਦਾ ਹੈ। ਪਰ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਹਸਤੀ ਨੂੰ ਵਿਸਾਰ ਕੇ ਹੋਰ ਥਾਂ ਥਾਂ ਦੇ ਉੱਤੇ ਭਟਕਦਾ ਫਿਰਦਾ ਹੈ। ਕਦੇ ਕਿਸੇ ਨੂੰ ਰੱਬ ਬਣਾਉਣਾ ਹੈ, ਕਦੇ ਕਿਸੇ ਨੂੰ ਖੁਦਾ ਬਣਾਉਣਾ ਹੈ, ਕਦੇ ਕਿਸੇ ਦੇ ਅੱਗੇ ਝੁਕਦਾ ਹੈ, ਕਦੇ ਕਿਸੇ ਅੱਗੇ ਝੁਕਦਾ ਹੈ। ਕਦੇ ਤੈਨੂੰ ਇਹ ਲੱਗਦਾ ਹੈ ਵੀ ਫਲਾਂ ਮਨੁੱਖ ਮੇਰੇ ਜੀਵਨ ਵਿੱਚ ਮੇਰੀਆਂ ਮਨ ਚਾਹੀਆਂ ਉਮੀਦਾਂ ਤੇ ਪੂਰੀਆਂ ਕਰਦਾ ਹੈਗਾ। ਬੜੇ ਕਰਮ ਕਾਂਡ ਨੇ ਅਸੀਂ ਜੋ ਕਰਦੇ ਹਾਂ। ਜਿਹੜਾ ਸਾਡਾ ਬਲੀਵ ਹੈ, ਜਿਹੜਾ ਸਾਡਾ ਯਕੀਨ ਹੈ, ਉਹਦੇ ਵਿੱਚ ਉਹ ਪਵਿੱਤਰਤਾ ਜਾਂ ਸ਼ੁੱਧਤਾ ਨਹੀਂ ਹੈ ਜਿਹੜੀ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਵਿੱਚ ਦੱਸ ਰਹੇ। ਸਾਡੇ ਯਕੀਨ ਦੇ ਵਿੱਚ ਕਿਧਰੇ ਨਾ ਕਿਧਰੇ ਖੋਟ ਆਉਂਦਾ ਹੈ, ਸ਼ੱਕ ਆਉਂਦਾ ਹੈ, ਸੰਦੇਹ ਆਉਂਦਾ ਹੈ, ਉਹ ਭਟਕਦਾ ਹੈ ਚਾਰ ਚੁਫੇਰੇ। ਉਹਦੇ ਸਾਡੇ ਮਨ ਅੰਦਰ ਕਿਤੇ ਨਾ ਕਿਤੇ ਇਹ ਹੁੰਦਾ ਹੈ ਵੀ ਠੀਕ ਹੈ, ਰੱਬ ਤਾਂ ਆਪਣੀ ਜਗ੍ਹਾ ਹੈ, ਪਰ ਵੇਖ ਲਈਏ ਕੋਈ ਹੋਰ ਵੀ ਸ਼ਾਇਦ ਵਾਹਿਗੁਰੂ ਦੀ ਕੁਦਰਤ ਨੂੰ ਬਦਲ ਸਕਦਾ ਹੋਵੇ। ਅਸੀਂ ਟਰਾਈ ਕਰਦੇ ਹਾਂ। ਉਹ ਟਰਾਈ ਅਸੀਂ ਕੀ ਕਰਦੇ ਹਾਂ ਵੀ ਬਣੇ ਹੋਏ ਖਿਆਲਾਂ ਮੁਤਾਬਕ ਸਾਨੂੰ ਜਦੋਂ ਕੋਈ ਕਹਿ ਦਿੰਦਾ ਆਹ ਕੰਮ ਕਰਕੇ ਵੀ, ਉਹਦਾ ਹੁਕਮ ਬਦਲ ਜਾਏ, ਉਹਦੀ ਰਜ਼ਾ ਬਦਲ ਜਾਏਗੀ, ਤਾਂ ਅਸੀਂ ਫਿਰ ਉਹਦੇ ਪੈਰਾਂ ਨਾਲ ਛੋਟੇ ਛੋਟੇ ਰੱਬ ਬਣਾਉਂਦੇ ਹਾਂ, ਭਗਵਾਨ ਸਿਰਜਦੇ ਹਾਂ। ਕੋਈ ਦੇਵੀ ਦੇਵਤਿਆਂ ਵੱਲ ਜਾਂਦਾ ਹੈ, ਕੋਈ ਕੁਦਰਤੀ ਸ਼ਕਤੀਆਂ ਨੂੰ ਪੂਜਦਾ ਹੈ। ਸਾਰੀ ਦੀ ਸਾਰੀ ਉਲਝਣ ਜਿਹੜੀ ਹੈ, ਇਹ ਸਾਡੇ ਕੱਚੇ ਵਿਸ਼ਵਾਸ ਵਿੱਚੋਂ ਤੇ ਸਾਡੇ ਮੈਲੇ ਬਲੀਵ ਵਿੱਚੋਂ ਨਿਕਲਦੀ। ਕਬੀਰ ਸਾਹਿਬ ਜੀ ਕਿਉਂਕਿ ਬਨਾਰਸ ਦੇ ਜੰਮਪਲ ਸਨ, ਕਾਸ਼ੀ ਦੇ, ਉੱਥੇ ਤੇ ਵਰਤਾਰਾ ਇੰਨਾ ਆਮ ਸੀ, ਬੇਅੰਤ ਕਿਸਮ ਦੇ ਦੇਵੀ ਦੇਵਤੇ ਪੂਜੇ ਜਾਂਦੇ ਸਨ। ਵਾਹਿਗੁਰੂ ਦੇ ਹੁਕਮ ਦੇ ਬਰਖਿਲਾਫ ਅਨੇਕਾਂ ਕਿਸਮ ਦੇ ਕਰਮ ਕਾਂਡ ਪ੍ਰਚਲਿਤ ਸਨ। ਕੁਦਰਤੀ ਸ਼ਕਤੀਆਂ ਦੀ ਪੂਜਾ ਸੀ। ਵਹਿਮ ਭਰਮ ਅੰਧ ਵਿਸ਼ਵਾਸ ਤੇ ਕਰਮ ਕਾਂਡ ਦਾ ਬੋਲਬਾਲਾ ਹੈ। ਵਾਹਿਗੁਰੂ ਅਕਾਲ ਪੁਰਖ ਦਾ ਜੋ ਹੁਕਮ ਚਾਰ ਚੁਫੇਰੇ ਇੱਕੋ ਜਿਹਾ ਵਰਤ ਰਿਹਾ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਧਰਮੀ ਹੈ, ਅਨਧਰਮੀ ਹੈ, ਕਿਸੇ ਵੀ ਮਜ਼ਹਬ ਦਾ ਹੈ, ਕੋਈ ਵੀ ਬੋਲੀ ਬੋਲਦਾ ਹੈ, ਕੋਈ ਪਹਿਰਾਵਾ ਪਹਿਨਦਾ, ਇਹਦੇ ਨਾਲ ਕੋਈ ਮਤਲਬ। ਉਹਦਾ ਹੁਕਮ ਸਭਨਾਂ ਉੱਤੇ ਇੱਕੋ ਜਿਹਾ, ਲਾਅ ਆਫ ਨੇਚਰ ਸਾਰੀ ਜਗ੍ਹਾ ਦੇ ਉੱਤੇ ਇੱਕੋ ਜਿਹਾ ਵਰਤਦਾ ਹੈ। ਉਸ ਚੀਜ਼ ਤੋਂ ਥਿੜਕ ਕੇ ਜਦੋਂ ਆਸੇ-ਪਾਸੇ ਭਟਕਿਆ ਜਾਂਦਾ। ਭਾਈ ਗੁਰਦਾਸ ਜੀ ਗੁਰਮਤਿ ਦੇ ਬੜੇ ਤੁਰੰਤਰ ਵਿਦਵਾਨ ਸਨ। ਰਿਸ਼ਤੇ ਵਿੱਚ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮਾਮਾ ਜੀ ਲੱਗਦੇ ਸਨ, ਔਰ ਵਿਦਵਤਾ, ਸਿੱਖੀ, ਸਿਦਕ, ਪ੍ਰੇਮ ਔਰ ਜੋ ਸਿੱਖੀ ਲਈ ਉਹਨਾਂ ਦੀ ਘਾਲਣਾ ਹੈ ਬੜੀ ਹੀ ਸਨਮਾਨਯੋਗ ਹੈ। ਉਹਨਾਂ ਨੇ ਆਪਣੀ ਲਿਖਤ ਰਾਹੀਂ ਵੀ ਬਾਖੂਬੀ ਸੇਵਾ ਸਿੱਖ ਪੰਥ ਦੀ, ਗੁਰਬਾਣੀ ਦੇ ਪ੍ਰਚਾਰ ਦੀ ਕੀਤੀ ਹੈ। ਉਹ ਆਪਣੇ ਇੱਕ ਕਵਿਤ ਵਿੱਚ ਇਸ ਚੀਜ਼ ਨੂੰ ਡਿਫਾਈਨ ਕਰਦੇ ਨੇ, ਇਸ ਨੂੰ ਐਕਸਪਲੇਨ ਕਰਦੇ ਨੇ। ਆਪਣੇ ਪੰਜਾਬ ਵਿੱਚ ਕਈ ਥਾਵਾਂ ਦੇ ਉੱਤੇ ਜਿੱਥੇ ਖੁਸ਼ਕ ਇਲਾਕਾ ਹੁੰਦਾ ਸੀ, ਉੱਥੇ ਅੱਕ ਪੈਦਾ ਹੁੰਦੇ ਸਨ। ਅੱਕ ਨੂੰ ਇੱਕ ਫਲ ਲੱਗਦਾ ਸੀ, ਸੇਮ ਜਿਸ ਤਰ੍ਹਾਂ ਦਾ ਅੰਬ ਹੁੰਦਾ ਹੈ, ਅੰਬ ਦੀ ਸ਼ਕਲ ਹੁੰਦੀ ਹੈ ਇਸ ਤਰ੍ਹਾਂ ਦਾ। ਉਹਨੂੰ ਅੰਬੀ ਕਹਿ ਦਿੰਦੇ ਸਨ ਲੋਕ, ਕਿਉਂਕਿ ਛੋਟੇ ਆਕਾਰ ਦਾ ਹੁੰਦਾ ਸੀ। ਉਹ ਲੱਗਦਾ ਅੰਬ ਵਰਗਾ ਹੀ ਸੀ। ਬੱਚਿਆਂ ਨੂੰ ਕਈ ਵਾਰ ਭੁਲੇਖਾ ਪੈਂਦਾ ਸੀ ਵੀ ਇਹੀ ਅੰਬ ਹੈ, ਕਿਉਂਕਿ ਉਹਦੀ ਹੂ-ਬ-ਹੂ ਸ਼ਕਲ ਉਹੋ ਜਿਹੀ। ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ, ਐਗਜ਼ਾਮਪਲ ਦਿੱਤੀ। ਉਹ ਕਹਿੰਦੇ ਨੇ ਤੁਸੀਂ ਅੱਕ ਨੂੰ ਲੱਗਿਆ ਹੋਇਆ ਜਿਹੜਾ ਉਹਦਾ ਫਲ ਹੈ, ਉਹ ਅੰਬ ਵਰਗਾ ਲੱਗਦਾ ਪਰ ਅੰਬ ਹੈ ਨਹੀਂ।
आंबन की सदर मिटत का तांबली खाए। वो कहते ने जे तुसी अंब समझ के इस अक दे जहरीले जाए फिक्के जाए कौड़े कसैले फल नूं खा लो शक्ल वेख के ते तुहानूं वो टेस्ट नहीं दे सकदा, क्योंकि इहदे ते उहदे स्वाद विच क्वालिटी विच इहदी ते उहदी किस्म विच जमीन आसमान दा फर्क है। हुण कोई अपने मत्थे ते भगवान लिखा लै उस क्वालिटी का मालक थोड़ा बन जाता, कोई रब बन जाए गुरु बन जाए कोई कुछ भी बन जाए। तो मैं अगे भी बिना किए भी तुसी एक शीशी विच जहर पा दो तो उहदे उत्ते टैग ला दो अमृत लिख दो, वो बन जाएगा? केवल टैग लाउण नाल बन जाता? नहीं बनेगा। उहदा जिहड़ा सुभाअ है वो चीज़ ने जिहड़ी उस बर्तन विच उस शीशी विच जिहड़ी वस्तु उन्हें अपना रिएक्शन ते अपने सुभाअ मुताबक करना है ना, टैग मुताबक थोड़ी करना कि बाहर टैग इवें लगा तो मैं हुण अमृत बन जावां। असीं सारे ही इवें करते हैं। अंदर दी वस्तु कई बार नहीं बदलती, बाहर दे टैग बदलते रहिंदे। संसार विच कुछ लोकां नूं इस तरह बड़ा भुलेखा पैंदा है कि वह फलां धिर नाल जुड़िया जी, वो धिर बड़ी धर्मी, कोई फर्क नहीं पैंदा। उत्थे भी लोग इहो जिहे ही हुंदे, तुसीं किते भी जाके देखो किन्ने संप्रदाय ने, किन्ने मत मतांतर ने, किन्नियां थावां ने। जिन्हें चोरी करनी उन्हें मुसलमान का टैग ला के भी कर लैनी है, सिख का टैग ला के भी कर लैनी है, हिंदू का टैग ला के भी कर लैनी है, क्रिश्चन का टैग ला के भी कर लैनी है। किसी मत मतांतर नूं अडॉप्ट करके भी वो काम नहीं छड्डदा। अंदर दी वस्तु जिन्ना चिर बंदा नहीं बदलता टैग नाल की होएगा? ये तो एक अलग दर्जे की पॉलिटिक्स है। फिर एक मजहब दे विच अगे कई कल्ट ने, उन्हां दे हिसाब नाल एक मजहब नूं बिलोंग करन वाले लोग ही फिर अगे होर परख करते हैं भी ये बंदा किहड़ी संस्था दा, जे जिथे मैं जाना जे तां ओहदा है तो फिर ये चंगा सिख है, जे दूजी संस्था का है फिर थोड़ा जिहा होर तरह का सिख है। तो साडा उहदे प्रति जिहड़ा रवैया है, वतीरा है, वो बदल जाता। पर असीं ये नहीं समझते भी गुरु साहब जी ने कर्म नूं उच्चता दी है। नहीं तो मक्के विच जदों हजूर ने प्रश्न किया गया हिंदू वड्डा कि मुसलमान होई, जिन्हां दा धार्मिक स्थान होवे, जिन्हां दा केंद्र होवे, उत्थे तुसीं बैठे होवो, तुहानूं प्रश्न पुछण, उन्हां दी पावर होवे ते तुसीं की आखोगे? हर बंदा अपनी जान छडाउंदा, वो कहिंदा जी तुसीं चंगे हो। कौन रिस्क लैंदा? महाराज ना किसी मजहब के पक्ष विच सन, ना किसी के विरोध, वो तो कर्म के पक्ष विच सन। इसलिए हजूर का जवाब की सी? भाई गुरदास जी ने लिखिया, शुभ अमलां बाझों दोनों रोई। अमल उच्चा है, जे अमल नीवा तो मुसलमान होण जां हिंदू होण नाल की फर्क पेगा? जे अमल उच्चा है तो उस मनुख के किरदार की खूबसूरती अपने आप ही लोगों तक पहुँच जाएगी। उन्होंने दसन की लोड़ नहीं पेगी दुनिया के लोगों मैं मजहब नूं मनदा, उहदा मनना तो अपने आप ही दुनिया सामने आ जाएगा। ये तो उहदे करैक्टर ने दसना है, ये उहदी सुरत ने दसना है। भाई गुरदास जी ने दूसरी उदाहरण दी, कहते पिता को प्यार ना परोसी पै पाई है। कहते जो जिहड़ा रिश्ता साडा अपने बाप नाल है ना, वो किसी गुआंढी नाल नहीं हो सकता। व्यवहार किसी का भी वखरा वखरा हो सकता। मान लो पिता का सुभाव गर्म होवे ते गुआंढी का सुभाव नरम होवे ते असीं उहनूं बाप बना लवांगे? नहीं ना बन सकदा। रिश्ता नहीं बदलिया जा सकता, विहार बदलिया जा सकता। और अगली उदाहरण उन्होंने दी, कहते ने सागर की निध कत पाईयत पोखर से। सागर समुंदर नूं कहते हैं। जिन्नियां कीमती चीज़ां समुंदर की गहराई चों निकलदियां ने, किसी पिंड के छप्पड़ जां टोभे चों निकल सकदियां ने। सागर की निध कत पाईयत पोखर से, दिन कर सर दीप जोत ना पुजाईए। दिन कर सूरज नूं कहते हैं। कहते हैं जिन्ना जलौ ते प्रकाश सूरज का है, कि उन्ना प्रकाश ते जलौ दीवा दे सकता है? फिर वो फरमाउंदे हन, इंद्र बरखा समान कुछ सनाकूप जल। कहने लगे जिन्नी धरती नूं एक समान
ਬੱਦਲ ਸਿੰਜ ਦਿੰਦਾ ਹੈ। ਅਮੀਰ ਗਰੀਬ, ਕੀ ਉੱਚਾ ਨੀਵਾਂ, ਕੀ ਟਿੱਬਾ ਤੇ ਟੋਆ, ਹਰ ਜਗ੍ਹਾ ਤੇ ਬਰਾਬਰ। ਕੀ ਖੂਹ ਉਹ ਘਾਟ ਪੂਰੀ ਕਰ ਸਕਦਾ ਹੈ ਜਿਹੜੀ ਘਾਟ ਬੱਦਲਾਂ ਦਾ ਮੀਂਹ ਜਿਹੜੀ ਘਾਟ ਦੂਰ ਕਰ ਦਿੰਦਾ। ਇੰਦਰ ਬਰਖਾ ਸਮਾਨ ਪੁੱਜ ਸਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮੈਂ ਕਹੀਏ। ਚੰਦਨ ਦੇ ਰੁੱਖ ਤੋਂ ਜਿਹੜੀ ਸੁਗੰਧੀ ਆਉਂਦੀ ਹੈ ਕਿ ਕਿਸੇ ਕਰੀਰ, ਅੱਕ ਜਾਂ ਐਸੇ ਕਿਸੇ ਛੋਟੀ ਜਿਹੀ ਬੂਟੀ ਦੇ ਵਿੱਚੋਂ ਆ ਸਕਦੀ ਹੈ। ਭਾਈ ਗੁਰਦਾਸ ਜੀ ਦਾ ਤਾਤ ਪਰਜ ਕੀ ਹੈ, ਉਹ ਲਿਖਦੇ ਨੇ, ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤਲੋਤਾ ਹੀ। ਕਹਿੰਦੇ ਨੇ ਉਸ ਪਰਮ ਪੁਰਖ ਪਰਮੇਸ਼ਰ ਵਰਗੀ ਦਇਆ, ਉਹਦੇ ਵਰਗੀ ਸਿਰਜਣ ਸੱਤਾ, ਉਹਦੇ ਵਰਗੀ ਹੁਕਮ ਦੀ ਮਾਲਕੀ, ਉਹਦੇ ਵਰਗੇ ਦਾਤਾ ਹੋਣ ਦਾ ਸੁਭਾਅ, ਜਿੰਨੇ ਬੇਅੰਤ ਗੁਣ ਉਹਦੇ ਵਿੱਚ ਨੇ ਇੰਨੇ ਕਿਸੇ 'ਚ ਹੋ ਹੀ ਨਹੀਂ ਸਕਦੇ। ਭਾਵੇਂ ਤੁਸੀਂ ਕੁੱਲ ਮਖਲੂਕ ਤੇ ਕੁੱਲ ਬ੍ਰਹਿਮੰਡ ਨੂੰ ਵੀ ਖੋਜ ਲਓ, ਉਸ ਪਰਮੇਸ਼ਰ ਵਾਹਿਗੁਰੂ ਤੋਂ ਉੱਚਾ ਸੰਸਾਰ 'ਚ ਕੋਈ ਨਹੀਂ, ਜਿਸ ਅੱਗੇ ਬੜੇ ਧਨੀ ਅਧਿਆਤਮਕ ਮੰਡਲ ਦੇ ਮਹਾਨ ਸਤਿਪੁਰਸ਼ ਨਿਊ ਹੈ। ਗੁਰੂ ਨਾਨਕ ਵੀ ਜੇ ਕਿਸੇ ਅੱਗੇ ਨਿਉਏ ਤੇ ਵਾਹਿਗੁਰੂ ਅਕਾਲ ਪੁਰਖ, ਜਿਹੜੇ ਕਿਸੇ ਅੱਗੇ ਨਹੀਂ ਨਿਉਏ। ਉਹਨਾਂ ਨੇ ਇੱਕੋ ਗੱਲ ਆਪਣੀ ਬਾਣੀ ਵਿੱਚ ਇੱਕੋ ਓਂਕਾਰ ਤੋਂ ਆਰੰਭ ਕੀਤੀ ਔਰ ਉਹਨੂੰ ਐਕਸਪਲੇਨ ਕਰਦਿਆਂ ਕਿੰਨੇ ਉਪਦੇਸ਼ ਉਹਨਾਂ ਸਾਨੂੰ ਦਿੱਤੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਤੋਂ ਗਰੀਬ ਨਵਾਜ਼ ਸਾਨੂੰ ਸਮਝਾਉਂਦੇ ਨੇ, ਜਾਕੋ ਠਾਕੁਰ ਉੱਚਾ ਹੋਈ, ਜਿਸ ਦਾ ਮਾਲਕ ਇੰਨਾ ਉੱਚਾ ਹੋਵੇ, ਸੋ ਜਨ ਪਰ ਕਰ ਜਾਤ ਨਾ ਸੋਈ। ਉਹ ਪਰਾਏ ਦਰਵਾਜ਼ਿਆਂ ਦੇ ਉੱਤੇ ਭਟਕਦਾ ਸ਼ੋਭਾ ਨਹੀਂ ਦਿੰਦਾ। ਭਾਈ ਨੰਦ ਲਾਲ ਸਾਹਿਬ ਹਜ਼ੂਰ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹਜ਼ੂਰੀ ਪਿਆਰੇ ਸਿੱਖ ਸਨ। ਪਰਸ਼ੀਅਨ ਦੇ ਬਹੁਤ ਆਲਾ ਕਿਸਮ ਦੇ ਵਿਦਵਾਨ ਸਨ। ਬਹਾਦਰ ਸ਼ਾਹ ਨੂੰ ਉਹਨਾਂ ਨੇ ਪੜ੍ਹਾਇਆ ਸੀ, ਉਹਨਾਂ ਦੇ ਉਹ ਟੀਚਰ ਉਸਤਾਦ ਰਹੇ ਸਨ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਦੀਆਂ ਉਹਨਾਂ ਨੇ ਸੇਵਾਵਾਂ ਕੀਤੀਆਂ। ਉਹਨਾਂ ਨੇ ਆਪਣੀ ਇੱਕ ਲਿਖਤ ਵਿੱਚ ਕਿਹਾ, ਕਹਿੰਦੇ ਨੇ ਵੀ ਮੇਰੇ ਸਰੀਰ ਨੂੰ, ਜੇ ਮੇਰੇ ਸਰੀਰ ਨੂੰ ਕੋਈ ਸਾੜ ਦੇਵੇ ਤੇ ਇਹਦੀ ਸਵਾਹ ਬਣਾ ਦੇ, ਕਿਉਂਕਿ ਜਦੋਂ ਸਰੀਰ ਸੜਦਾ ਇਹਦੀ ਰਾਖ ਬਣ ਜਾਂਦੀ। ਕਹਿੰਦੇ ਨੇ ਉਹ ਰਾਖ ਉਸ ਰਾਹ ਦੇ ਉੱਤੇ ਵੇਚ ਜਾਏ ਜਿੱਥੇ ਕੋਈ ਗੁਰੂ ਦਰਬਾਰ ਵੱਲ ਕੋਈ ਗੁਰੂ ਦਾ ਪਿਆਰਾ ਸਿੱਖ ਜਾ ਰਿਹਾ। ਇਹ ਬਚਨ ਭਾਈ ਗੁਰਦਾਸ ਜੀ ਨੇ ਵੀ ਲਿਖੇ, ਉਹਨਾਂ ਨੇ ਵੀ ਪੂਰੇ ਕਵਿਤ ਵਿੱਚ ਇਸ ਦੀ ਵਿਆਖਿਆ ਕੀਤੀ। ਕਹਿੰਦੇ ਨੇ ਕਿਉਂ? ਕਹਿੰਦੇ ਨੇ ਮੈਂ ਇੰਨਾ ਤੁੱਛ ਬੰਦਾ, ਗੁਰੂ ਦਾ ਰੁਤਬਾ ਇੰਨਾ ਉੱਚਾ ਹੈ, ਗੁਰੂ ਦੇ ਰਾਹ ਤੇ ਤੁਰਨ ਵਾਲੇ ਦੇ ਕਦਮ ਵੀ ਜੇ ਮੇਰੀ ਰਾਖ ਦੇ ਉੱਤੇ ਪੈਣਗੇ ਨਾ ਤਾਂ ਵੀ ਮੇਰਾ ਭਲਾ ਹੋਣ ਦੀ ਸੰਭਾਵਨਾ ਹੈ। ਗੁਰੂ ਤੇ ਬਹੁਤ ਉੱਚੀ ਚੀਜ਼ ਹੈ। ਗੁਰੂ ਵੱਲ ਨੂੰ ਜਾਂਦਾ, ਗੁਰੂ ਦਾ ਕੋਈ ਪ੍ਰੇਮੀ ਜਿਹੜਾ ਗੁਰੂ ਨੂੰ ਸਮਰਪਿਤ ਹੈ, ਉਹਦੇ ਕਦਮਾਂ ਦੀ ਖਾਕ ਵੀ ਮੈਨੂੰ ਮਿਲ ਜਾਏ, ਉਹ ਵੀ ਮੇਰੀ ਰਾਖ ਨੂੰ ਛੂਹ ਮਿਲ ਜਾਏ, ਇੰਨੇ ਵਿੱਚ ਹੀ ਸੰਭਾਵਨਾ ਹੈ ਵੀ ਮੇਰਾ ਕੋਈ ਭਲਾ ਹੋ ਸਕੇ। ਹੁਣ ਇਹ ਉਹਨਾਂ ਦਾ ਅਹਿਸਾਸ ਹੈ, ਜੋ ਗੁਰੂ ਪ੍ਰਤੀ ਜੋ ਸਮਰਪਣ ਹੈ, ਗੁਰੂ ਨੂੰ ਜੋ ਰੁਤਬਾ ਦਿੰਦੇ ਨੇ। ਤੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੋ ਜਨ ਪਰ ਕਰ ਜਾਤ ਨਾ ਸੋਹੀ, ਸੋ ਸਾਹਿਬ ਰਹਾ ਭਰਪੂਰ। ਉਹ ਮਾਲਕ ਵਾਹਿਗੁਰੂ ਹਰ ਜਗ੍ਹਾ ਦੇ ਉੱਤੇ ਭਰਪੂਰ ਹੈ, ਵਿਆਪਕ ਹੈ, ਸਦਾ ਸੰਗ ਨਾ ਹੀ ਹਰ ਦੂਰ। ਉਹ ਸਦਾ ਹੀ ਸਾਡੇ ਨਾਲ ਹੈ, ਦੂਰ ਨਹੀਂ ਹੈ। ਨੇਰਾ ਹੈ ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ। ਤੋ ਹਜ਼ੂਰ ਫਰਮਾਉਂਦੇ ਨੇ, ਕਵਲਾ ਚਰਨ ਸ਼ਰਨ ਹੈ ਜਾ ਕੇ। ਕਵਲਾ ਦਾ ਅਰਥ ਹੈ ਮਾਇਆ, ਮਾਇਆ ਜਿਸ ਦੀ ਚਰਨ ਸ਼ਰਨ ਵਿੱਚ ਹੈ, ਭਾਵ ਕੁੱਲ ਪ੍ਰਕਿਰਤੀ, ਕੁਦਰਤ ਜਿਸ ਦੇ ਹੁਕਮ ਵਿੱਚ ਹੈ, ਜਿਹੜੀ ਖੁਦ ਨਿਯਮ ਵਿੱਚ ਬੱਝੀ ਹੈ, ਜਿਹਨੇ ਲਿਖੇ ਤਿਸ ਸਿਰ ਨਾ ਹੈ। ਹਜ਼ੂਰ ਕਹਿੰਦੇ ਨੇ, ਕਹੋ ਜਨ ਕਾ ਨਾਹੀ ਕਰਤਾ ਕੇ, ਹੇ ਮਨੁੱਖ ਦੱਸ ਉਹਦੇ ਘਰ ਵਿੱਚ ਕੀ ਨਹੀਂ ਹੈ। ਹਾਂ, ਸਾਨੂੰ ਘਾਟ ਕਿਉਂ ਲੱਗਦੀ ਹੈ ਵੀ ਜਦੋਂ ਅਸੀਂ ਜੋ ਸੋਚਦੇ ਹਾਂ ਉਹ ਨਹੀਂ ਵਾਪਰਦਾ, ਸਾਨੂੰ ਲੱਗਦਾ ਉਹਦੇ ਕੋਲ ਹੋਣਾ ਹੀ ਨਹੀਂ ਜਿਹੜਾ ਉਹਨੇ ਇਹ ਚੀਜ਼ ਦਿੱਤੀ ਨਹੀਂ। ਕਈ ਵਾਰ ਮਾਂ-ਬਾਪ ਕੋਲ ਉਹ ਵਸਤੂ ਹੁੰਦੀ ਹੈ ਜਾਂ ਉਹਨਾਂ ਦੀ ਇੰਨੀ ਸਮਰੱਥਾ ਹੁੰਦੀ ਹੈ ਕਿ ਉਹ ਬੱਚੇ ਦੀ ਡਿਮਾਂਡ ਨੂੰ ਪੂਰੀਆਂ ਕਰਨ, ਪਰ ਉਹ ਨਹੀਂ ਕਰਦੇ। ਬੱਚਾ ਸਾਡੇ ਕੋਲ, ਛੋਟਾ ਬੱਚਾ ਹੈ, ਉਹ ਡਿਮਾਂਡ ਕਰਦਾ ਹੈ ਕਿ ਕਾਰ ਦੀ ਚਾਬੀ ਮੈਨੂੰ ਦੇ ਦਿਓ, ਤੁਸੀਂ ਨਹੀਂ ਫੜਾਉਂਦੇ। ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਸਮਰੱਥਾ ਨਹੀਂ ਹੈ, ਤੁਸੀਂ ਨਹੀਂ ਚਾਹੁੰਦੇ, ਤੁਹਾਡੀ ਇੱਛਾ ਹੈ, ਤੁਸੀਂ ਕੁਝ ਆਪਣੇ ਬਾਰੇ, ਤੁਸੀਂ ਆਪਣੇ ਹਿਸਾਬ ਨਾਲ ਸੋਚ ਕੇ ਚੱਲਦੇ ਹੋ। ਬੱਚਾ ਆਪਣੇ ਲੈਵਲ ਤੇ ਸੋਚ ਕੇ ਚੱਲਦਾ,
ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਸਮਰੱਥਾ, ਵਾਹਿਗੁਰੂ ਦੀ ਸਮਰੱਥਾ ਨਹੀਂ, ਐਸਾ ਨਹੀਂ। ਜੇ ਸਾਡੇ ਦਾਇਰੇ ਵਿੱਚ ਜਿਹੜੀ ਚੀਜ਼ ਸਮਝ ਵਿੱਚ ਆਉਂਦੀ ਏ, ਸਾਨੂੰ ਲੱਗਦਾ ਵੀ ਠੀਕ ਹੈ, ਜਿਹੜੀ ਨਹੀਂ ਸਮਝ ਵਿੱਚ ਆਉਂਦੀ ਸਾਨੂੰ ਲੱਗਦਾ ਵੀ ਹੋਣੀ ਨਹੀਂ ਉਹਦੇ ਕੋਲ, ਜਿਹੜਾ ਉਹ ਦਿੰਦਾ ਨਹੀਂ। ਫਿਰ ਮਨੁੱਖ ਦੀਆਂ ਖੁਆਇਸ਼ਾਂ ਦਾ ਤਾਂ ਕੋਈ ਅੰਤ ਹੀ ਨਹੀਂ ਨਾ, ਕਿੱਥੇ ਜਾ ਕੇ ਸਟਾਪ ਲੱਗੇਗਾ, ਕਿੱਥੇ ਜਾ ਕੇ ਖਤਮ ਹੋਣਗੀਆਂ, ਹੋ ਹੀ ਨਹੀਂ ਸਕਦਾ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ, ਸਭ ਕੂ ਕਹੈ ਜਾਸ ਕੀ ਬਾਤਾ, ਹਰ ਕੋਈ ਉਸ ਵਾਹਿਗੁਰੂ ਦੀ ਬਾਤ ਪਾਉਂਦਾ ਹੈ। ਭਾਵ ਕੁਦਰਤ ਦਾ ਹਰ ਜ਼ਰਰਾ ਜ਼ਰਰਾ, ਕੁਦਰਤ ਦਾ ਹਰ ਪਹਿਲੂ ਉਸ ਵਾਹਿਗੁਰੂ ਦੀ ਵਡਿਆਈ ਦਾ ਝਲਕਾਰਾ ਦਿੰਦਾ ਹੈ। ਤੁਸੀਂ ਕੁਦਰਤ ਨੂੰ ਕਿਸੇ ਪਾਸਿਓਂ ਵੀ ਖੋਜ ਲਓ, ਇੰਨੀ ਬੇਅੰਤ ਹੈ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਬਿਨਾਸੀ ਏਕ ਓੰਕਾਰ। ਹਜ਼ੂਰ ਫਰਮਾਉਂਦੇ ਨੇ, ਸੋ ਸਮਰੱਥ ਨਿਜ ਪਦ ਹੈ ਦਾਤਾ, ਉਹ ਸਮਰੱਥਾਵਾਨ ਹੈ। ਸਮਰੱਥਾ ਦਾ ਮਤਲਬ ਹੁੰਦਾ ਹੈ ਜਿਹਦੇ ਦਾਇਰੇ 'ਚ ਹੈ, ਕੰਟਰੋਲ 'ਚ ਹੈ, ਜੋ ਜਿਹਦੇ ਲਈ ਸਭ ਕੁਝ ਕਰਨ ਦੀ ਸੰਭਾਵਨਾ ਹੈ। ਨਿਜ ਪਦ ਹੈ ਦਾਤਾ, ਉਹ ਕਿਤੇ ਉਧਾਰਾ ਲੈ ਕੇ ਨਹੀਂ ਦਿੰਦੇ। ਨਿਜ ਪਦ ਦਾ ਮਤਲਬ ਹੁੰਦਾ ਹੈ ਉਹ ਖੁਦ ਬਖੁਦ ਇੰਨਾ ਉੱਚਾ ਤੇ ਕਰ ਸਕਦਾ, ਆਪਣੇ ਕੋਲੋਂ ਹੀ ਪੂਰਤੀ ਕਰ ਸਕਦਾ। ਕਿਸੇ ਕੋਲੋਂ ਲੈ ਕੇ ਉਹਨੂੰ ਅੱਗੇ ਪਾਸ ਨਹੀਂ ਕਰਨਾ ਪੈਂਦਾ ਵੀ ਮੈਂ ਚਲੋ ਤੁਹਾਡਾ ਕੰਮ ਸਾਰ ਦੇਣਾ, ਮੈਂ ਇਧਰੋਂ ਫੜ ਕੇ ਤੁਹਾਨੂੰ ਦੇ ਦੇ, ਨਹੀਂ। ਨਿਜ ਪਦ ਦਾਤਾ ਦਾ ਮਤਲਬ ਹੁੰਦਾ, ਇਹ ਸ਼ਬਦ ਬੜੀ ਵਾਰ ਅਸੀਂ ਬਾਣੀ ਚੋਂ ਪੜ੍ਹਦੇ, ਜਿਹਨੂੰ ਤੁਹਾਡੀ ਲੋੜ ਦੀ ਪੂਰਤੀ ਕਰਨ ਲਈ ਕਿਤੇ ਉਧਾਰ ਨਹੀਂ ਚੁੱਕਣਾ ਪੈਂਦਾ, ਕਰਜ਼ਾ ਨਹੀਂ ਲੈਣਾ ਪੈਂਦਾ, ਕਿਸੇ ਕੋਲੋਂ ਅੱਗੋਂ ਮੰਗ ਕੇ ਨਹੀਂ ਲਿਆਉਣਾ ਪੈਂਦਾ। ਜੋ ਖੁਦ ਇੰਨਾ ਪਾਵਰਫੁਲ ਹੈ, ਸਮਰੱਥਾਵਾਨ ਹੈ ਵੀ ਉਹ ਖੁਦ ਬਖੁਦ ਹੀ ਆਪਣੇ ਆਪ ਘਾਟਾਂ ਕੁਦਰਤ ਦੀਆਂ ਪੂਰੀਆਂ ਕਰ ਦਿੰਦਾ, ਉਹਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ। ਸੋ ਸਮਰੱਥ ਨਿਜ ਪਦ ਹੈ ਦਾਤਾ, ਕਹਿ ਕਬੀਰ ਪੂਰਨ ਜਗ ਸੋਈ। ਹੇ ਕਬੀਰ ਆਖ, ਉਹ ਸਮੁੱਚੀ ਕਾਇਨਾਤ ਕੁਦਰਤ ਵਿੱਚ ਮੁਕੰਮਲ ਰੂਪ ਵਿੱਚ ਵਿਆਪਕ ਹੈ, ਜਾ ਕੇ ਹਿਰਦੈ ਅਵਰ ਨਾ ਹੋਈ। ਉਸ ਮਨੁੱਖ ਇਸ ਸੰਸਾਰ ਵਿੱਚ ਪੂਰਨ ਪੁਰਖ ਹੈ, ਜਿਸ ਨੂੰ ਪੂਰਨ ਸੱਚ ਭਰੇ ਲਿਖਿਆ ਹੈ, ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ। ਇਸ ਜਗਤ ਵਿੱਚ ਉਹਦਾ ਜੀਵਨ ਸਫਲ ਹੈ, ਮੁਕੰਮਲ ਹੈ, ਪੁੱਗਿਆ ਹੋਇਆ ਹੈ, ਜਿਸ ਦੇ ਹਿਰਦੇ ਵਿੱਚ ਉਸ ਸਮਰੱਥਾਵਾਨ ਨਿਜ ਪਤ ਦਾਤੇ ਤੋਂ ਬਿਨਾਂ ਕਿਸੇ ਹੋਰ ਦਾ ਖਿਆਲ ਨਹੀਂ, ਜਿਹੜਾ ਕੇਵਲ ਉਸ ਹੁਕਮ ਦੇ ਮਾਲਕ ਅੱਗੇ ਝੁਕਦਾ ਹੈ। ਕਬੀਰ ਜੀ ਆਖਦੇ ਨੇ, ਮੈਂ ਉਸ ਨੂੰ ਇਸ ਸੰਸਾਰ ਦੇ ਅੰਦਰ ਮੁਕੰਮਲ ਪੁਰਖ ਸਮਝਦਾ। ਸਤਿਗੁਰੂ ਮਿਹਰ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ਼ ਆਪਣੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।